ਅੱਜ ਦਾ ਸਾਡਾ ਟੌਪਿਕ ਹੈਗਾ ਰੈਜ਼ਿਸਟੈਂਸ ਕੀ ਹੁੰਦੀ ਹੈ, ਉਹਦੀ ਯੂਨਿਟ ਕੀ ਹੁੰਦੇ ਨੇ ਤੇ ਉਹਦੇ ਕੌਜ਼ ਕੀ ਹੁੰਦੇ ਨੇ ਤੇ ਕਿਹੜੇ ਫੈਕਟਰ ਉੱਤੇ ਡਿਪੈਂਡ ਕਰਦੀ ਹੈ ਰੈਜ਼ਿਸਟੈਂਸ। ਵੈਸੇ ਤਾਂ ਜਿਹੜੀ ਰੈਜ਼ਿਸਟੈਂਸ ਹੈ ਕਿਸੇ ਸਰਕਟ ਦੀ, ਉਹ ਕੀ ਹੁੰਦੀ ਹੈ, ਅਬਸਟ੍ਰੈਕਸ਼ਨ ਪਾਸਡ ਬਾय द कंडक्टर टू फ्लो ऑफ इलैक्ट्रिक करंट थ्रू इट। ਇਹਦਾ ਮਤਲਬ ਕੀ ਹੈ, ਕਹਿੰਦੇ ਰੈਜ਼ਿਸਟੈਂਸ ਕੀ ਹੁੰਦੀ ਹੈ, ਰਿਕਾਰਡ ਹੁੰਦੀ ਹੈ ਕਿਸੇ ਵੀ ਕੰਮ ਦੇ ਵਿੱਚ, ਜਾਣੀ ਕਿ ਅਬਸਟ੍ਰੈਕਸ਼ਨ ਟੂ ਦਾ ਫਲੋ ਆਫ ਕਰੰਟ, ਜਿਹੜੀ ਕਰੰਟ ਦੇ ਰਸਤੇ 'ਚ ਰੁਕਾਵਟ ਹੈ ਉਹਨੂੰ ਕੀ ਬੋਲਦੇ ਆ, ਰੈਜ਼ਿਸਟੈਂਸ ਬੋਲਦੇ ਹੈਗੇ। ਅਬਸਟ੍ਰੈਕਸ਼ਨ ਇਨ ਦਾ ਫਲੋ ਆਫ ਇਲੈਕਟ੍ਰਿਕ ਕਰੰਟ ਇਜ਼ ਕਾਲਡ ਰੈਜ਼ਿਸਟੈਂਸ। ਹੁਣ ਜੇ ਗੱਲ ਕਰੀਏ ਜਿਹੜੀ ਰੈਜ਼ਿਸਟੈਂਸ ਹੈ, ਇਹ ਆ ਗਈ ਓਮਸ ਲਾਅ ਦੀ ਡੈਫੀਨੇਸ਼ਨ। ਜਿਹੜੀ ਰੈਜ਼ਿਸਟੈਂਸ ਹੈ ਕਿਸੇ ਕੰਡਕਟਰ ਦੀ ਡਿਫਾਈਨ ਕਰਦੇ ਆ ਕਿ ਉਹਦੀ ਰੇਸ਼ੋ ਹੁੰਦੀ ਹੈ ਕਿਹਦੀ ਪੋਟੈਂਸ਼ੀਅਲ ਡਿਫਰੈਂਸ ਦੀ ਤੇ ਕਿੰਨਾ ਕਰੰਟ ਸਰਕਟ ਦੇ ਵਿੱਚ ਫਲੋ ਕਰ ਰਿਹਾ, ਯਾਨੀ ਕਿ ਆਰ ਕੀ ਹੁੰਦੀ ਹੈ, ਰੇਸ਼ੋ ਹੁੰਦੀ ਹੈ ਕਿੰਨਾ ਪੋਟੈਂਸ਼ੀਅਲ ਡਿਫਰੈਂਸ ਹੈ ਤੇ ਕਿੰਨਾ ਕਰੰਟ ਸਾਡੇ ਕੋਲੇ ਫਲੋ ਕਰ ਰਿਹਾ ਸਰਕਟ ਦੇ ਵਿੱਚ। ਜਿਹਦੀ ਯੂਨਿਟ ਦੀ ਗੱਲ ਕਰੀਏ, ਰੈਜ਼ਿਸਟੈਂਸ ਦੀ ਯੂਨਿਟ ਕੀ ਹੁੰਦੀ ਹੈ, ਓਮ ਹੁੰਦੀ ਹੈ। ਐਸਆਈ ਯੂਨਿਟ ਕੀ ਹੁੰਦੀ ਹੈ ਰੈਜ਼ਿਸਟੈਂਸ ਦੀ, ਓਮ ਹੁੰਦੀ ਹੈ। ਹੁਣ ਜੇ 1 ਓਮ ਦੀ ਗੱਲ ਕਰੀਏ, ਕਈ ਵਾਰ ਪੁੱਛ ਲੈਂਦੇ ਨੇ ਕਿ 1 ਓਮ ਕਿੰਨਾ ਹੁੰਦਾ ਹੈ। ਰੈਜ਼ਿਸਟੈਂਸ ਦੀ ਯੂਨਿਟ ਕਿੰਨੀ ਹੋਗੀ, ਓਮ। ਪੋਟੈਂਸ਼ੀਅਲ ਦੀ ਕਿੰਨੀ ਹੋਗੀ ਸਾਡੇ ਕੋਲੇ, ਵੋਲਟ। ਕਰੰਟ ਦੀ ਕਿੰਨੀ ਹੋਗੀ, ਐਂਪੀਅਰ। 1 ਓਮ ਕਦੋਂ ਕਹਾਂਗੇ, ਜਦੋਂ 1 ਵੋਲਟ ਕਰੰਟ ਪੋਟੈਂਸ਼ੀਅਲ ਡਿਫਰੈਂਸ ਹੋਵੇ ਤੇ 1 ਐਂਪੀਅਰ ਕਰੰਟ ਫਲੋ ਕਰੇ, ਜਾਣੀ ਕਿ 1 ਓਮ ਕਿਹਦੇ ਬਰਾਬਰ ਆ ਗਿਆ, 1 ਵੋਲਟ ਬਾਈ 1 ਐਂਪੀਅਰ। ਇਹੀ ਇੱਥੇ ਲਿਖਿਆ ਗਿਆ ਹੈਗਾ ਕਿ 1 ਓਮ ਕੀ ਹੋ ਗਿਆ, ਇਲੈਕਟ੍ਰਿਕ ਰੈਜ਼ਿਸਟੈਂਸ ਆਫ ਅ ਕੰਡਕਟਰ ਥਰੂ ਵਿੱਚ ਕਰੰਟ ਆਫ 1 ਐਂਪੀਅਰ ਫਲੋ ਵੈਨ ਆ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੋਵੇ, 1 ਵੋਲਟ ਹੋਵੇ। 1 ਐਂਪੀਅਰ ਕਰੰਟ ਫਲੋ ਕਰੇ ਤੇ 1 ਵੋਲਟ ਪੋਟੈਂਸ਼ੀਅਲ ਡਿਫਰੈਂਸ ਹੋਵੇ ਤਾਂ ਉਹਨੂੰ ਕੀ ਬੋਲਦੇ ਹਾਂ ਅਸੀਂ, 1 ਓਮ ਬੋਲਦੇ ਹੈਗੇ। ਜਿਹੜੀ ਡਿਮੈਂਸ਼ਨ ਦੀ ਗੱਲ ਕਰਨੀ ਹੈਗੀ ਹੈ, ਡਿਮੈਂਸ਼ਨ ਫਾਰਮੂਲਾ ਕੀ ਹੈ, ਪੋਟੈਂਸ਼ੀਅਲ ਡਿਫਰੈਂਸ ਦਾ ਡਿਮੈਂਸ਼ਨ ਫਾਰਮੂਲਾ ਕੀ ਹੁੰਦਾ ਹੈ, ml² T-2/A /A। ਤਾਂ ਡਿਮੈਂਸ਼ਨ ਫਾਰਮੂਲਾ ਯਾਦ ਕਰ ਲੈਣਾ, ਕਈ ਵਾਰ ਯੂਨਿਟ ਵੀ ਪੁੱਛ ਲੈਣਾ। ਹੁਣ ਮੇਨ ਚੀਜ਼ ਇਹ ਹੈ ਕਿ ਕੌਜ਼ ਕੀ ਹੁੰਦਾ ਰੈਜ਼ਿਸਟੈਂਸ ਦਾ। ਦੇਖੋ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਰੁਕਾਵਟ ਦਾ ਤਾਂ ਕੋਈ ਨਾ ਕੋਈ ਕਾਰਨ ਹੁੰਦਾ ਹੀ ਹੈਗਾ। ਤੇ ਜਿਹੜੀ ਰੈਜ਼ਿਸਟੈਂਸ ਹੈ ਆਫ ਅ ਗਿਵਨ ਕੰਡਕਟਰ ਇਜ਼ ਡਿਊ ਟੂ ਦਾ ਕੋਲੀਜ਼ਨ ਆਫ ਫ੍ਰੀ ਇਲੈਕਟ੍ਰੋਨ ਵਿਦ ਆਇਨ or atom of a conductor while drifting toward the positive end of the conductor। ਇਹ ਕਹਿੰਦੇ ਕੋਲੀਜ਼ਨ ਹੁੰਦੀਆਂ ਨੇ ਕਿਹਦੀਆਂ, ਜਾਂ ਤਾਂ ਫ੍ਰੀ ਇਲੈਕਟ੍ਰੋਨ ਦੀਆਂ ਆਇਨ ਨਾਲ ਜਾਂ ਐਟਮ ਨਾਲ। ਜਦੋਂ ਕੀ ਕਰਦਾ ਹੈ, ਜਿਹੜੀ ਆਇਨ ਜਾਂ ਐਟਮ ਨੇ ਉਹ ਪੋਜ਼ਿਟਿਵ ਟਰਮੀਨਲ ਵੱਲ ਨੂੰ ਫਲੋ ਕਰਦੇ ਨੇ, ਕਿਉਂਕਿ ਜਿਹੜੀਆਂ ਜੇ ਆਪਾਂ ਗੱਲ ਕਰੀਏ ਆਇਨ ਨੈਗੇਟਿਵ ਟੂ ਪੋਜ਼ਿਟਿਵ ਟਰਮੀਨਲ ਨੂੰ ਫਲੋ ਕਰਨਗੀਆਂ ਤਾਂ ਉਹਦੇ ਰਸਤੇ 'ਚ ਜਿਹੜੀਆਂ ਕੋਲੀਜ਼ਨ ਹੋਣਗੀਆਂ ਉਹਨਾਂ ਕਰਕੇ ਕੀ ਹੁੰਦੀ ਹੈ, ਕੋਈ ਨਾ ਕੋਈ ਰੈਜ਼ਿਸਟੈਂਸ ਕ੍ਰੀਏਟ ਹੁੰਦੀ ਹੈ। ਕਿਉਂਕਿ ਜੇ ਮੰਨ ਲਓ ਕਿਤੇ ਡਿਪੈਂਡ ਕਰਦੀ ਹੈ ਲੈਂਥ ਤੇ, ਮੰਨ ਲਓ ਲੈਂਥ ਜ਼ਿਆਦਾ ਹੈ ਤਾਂ ਡਿਸਟੈਂਸ ਵੀ ਜ਼ਿਆਦਾ ਟਰੈਵਲ ਕਰਨਾ ਪੈਣਾ ਤੇ ਕੋਲੀਜ਼ਨ ਵੀ ਜ਼ਿਆਦਾ ਹੋਣਗੀਆਂ। ਥਿਕਨੈਸ ਕਿੰਨੀ ਕੁ ਥਿਕਨੈਸ ਹੈ ਵਾਇਰ ਦੀ, ਜਾਣੀ ਕਿ ਨੇਚਰ ਤੇ ਡਿਪੈਂਡ ਕਰਦੀ ਹੈ ਆਫ ਆ ਮਟੀਰੀਅਲ ਆਫ ਆ ਕੰਡਕਟਰ। ਇਹ ਕਾਰਨ ਹੈ ਕਿਹਦੇ ਰੈਜ਼ਿਸਟੈਂਸ ਦੇ, ਕਿ ਕਿੰਨੀਆਂ ਕੋਲੀਜ਼ਨ ਹੋ ਰਹੀਆਂ ਨੇ ਜਦੋਂ ਕੀ ਕਰਦਾ ਆਇਨ ਫਲੋ ਕਰਦੀਆਂ ਨੈਗੇਟਿਵ ਟਰਮੀਨਲ ਤੋਂ ਪੋਜ਼ਿਟਿਵ ਟਰਮੀਨਲ ਵੱਲ ਨੂੰ। ਤੇ ਡਿਪੈਂਡ ਕਿਤੇ ਕਰਦੀਆਂ, ਲੈਂਥ ਤੇ, ਥਿਕਨੈਸ ਤੇ, ਨੇਚਰ ਆਫ ਦਾ ਮਟੀਰੀਅਲ ਤੇ ਡਿਪੈਂਡ ਕਰਦੀ ਹੈਗੀ। ਹੁਣ ਜੇ ਗੱਲ ਕਰੀਏ ਕਿਤੇ ਡਿਪੈਂਡ ਕਰਦੀ ਹੈ ਰੈਜ਼ਿਸਟੈਂਸ, ਆਰ ਡਾਇਰੈਕਟਲੀ ਪ੍ਰਪੋਰਸ਼ਨ ਹੁੰਦੀ ਹੈ ਐਲ ਦੇ, ਕਿੰਨੀ ਲੈਂਥ ਹੈ, ਤੇ ਆਰ ਇਨਵਰਸਲੀ ਪ੍ਰਪੋਰਸ਼ਨ ਹੁੰਦੀ ਹੈ ਏਰੀਆ ਦੀ। ਜੇ ਏਰੀਆ ਵੱਧਦਾ ਹੈ ਤਾਂ ਰੈਜ਼ਿਸਟੈਂਸ ਘੱਟ ਹੋਣੀ ਹੈ, ਜੇ ਏਰੀਆ ਘੱਟ ਹੈ ਤਾਂ ਰੈਜ਼ਿਸਟੈਂਸ ਕੀ ਹੋਗੀ, ਜ਼ਿਆਦਾ ਹੋਗੀ, ਇਹਨੂੰ ਬੋਲਦੇ ਆ ਇਨਵਰਸਲੀ ਪ੍ਰਪੋਰਸ਼ਨਲ। ਦੋਨਾਂ ਨੂੰ ਕੰਬਾਈਨ ਕਰ ਦਿਓ ਤਾਂ ਆਰ ਡਾਇਰੈਕਟਲੀ ਪ੍ਰਪੋਰਸ਼ਨ ਕਿਹਦੀ ਹੋ ਗਈ, ਐਲ ਬਾਈ ਏ ਦੇ, ਤਾਂ ਆਰ ਕਿਹਦੇ ਬਰਾਬਰ ਆ ਗਈ, ਡਾਇਰੈਕਟਲੀ ਸਾਈਨ ਹਟਾ ਕੇ ਕੌਂਸਟੈਂਟ ਕੀ ਨਾਮਾਂਗੇ, ਰੋ ਕੀ ਹੁੰਦੀ ਹੈ ਰੈਜ਼ਿਸਟਿਵਿਟੀ, ਐਲ ਬਾਈ ਏ। ਤਾਂ ਆਹ ਹੁੰਦਾ ਹੈ ਆਰ ਦਾ ਫਾਰਮੂਲਾ, ਕਿਤੇ ਡਿਪੈਂਡ ਕਰਦੀ ਹੈ ਲੈਂਥ ਤੇ, ਏਰੀਏ ਤੇ ਡਾਇਰੈਕਟਲੀ ਸਾਈਨ ਹਟਾ ਕੇ ਕੀ ਲਾਇਆ ਅਸੀਂ, ਕੌਂਸਟੈਂਟ ਰੋ ਲਾਇਆ ਹੈਗਾ। ਤਾਂ ਜਿਹੜੀ ਰੋ ਹੁੰਦੀ ਹੈ ਉਹਨੂੰ ਬੋਲਦੇ ਆ ਰੈਜ਼ਿਸਟਿਵਿਟੀ ਔਰ ਸਪੈਸੀਫਿਕ ਰੈਜ਼ਿਸਟੈਂਸ ਬੋਲਦੇ ਹੈਗੇ ਅਸੀਂ ਰੋ ਨੂੰ। ਫਿਰ ਜੇ ਗੱਲ ਕਰੀਏ ਰੋ ਕਿਹਦੇ ਬਰਾਬਰ ਹੋਗੀ, ਆਰ ਏ ਬਾਈ ਐਲ, ਕਿਉਂਕਿ ਇੱਥੋਂ ਰੋ ਦੀ ਵੈਲਿਊ ਕੱਢ ਲਈ ਕ੍ਰੋਸ ਮਲਟੀਪਲਾਈ ਕਰਕੇ, ਏ ਆਰ ਸਾਈਡ ਚਲਾ ਜਾਣਾ, ਐਲ ਨੀਚੇ ਆ ਜਾਣੀ ਹੈ। ਹੁਣ ਜੇ ਐਲ 1 ਹੋਵੇ ਤੇ ਏ ਵੀ 1 ਹੋਵੇ, ਜਾਣੀ ਕਿ ਲੈਂਥ ਵੀ 1 ਮੀਟਰ ਹੋਵੇ ਤੇ ਏਰੀਆ ਵੀ 1 ਮੀਟਰ ਹੋਵੇ, ਦੋਨੋਂ ਨੂੰ 1 ਪੁੱਟ ਕਰ ਦਿਓ ਤਾਂ ਰੋ ਕਿਹਦੇ ਬਰਾਬਰ ਆ ਗਈ, ਆਰ ਦੇ। ਰੋ ਕਿਹਦੇ ਬਰਾਬਰ ਹੀ, ਆਰ ਦੇ। ਇਸ ਨੂੰ ਬੋਲਦੇ ਆ ਸਪੈਸੀਫਿਕ ਰੈਜ਼ਿਸਟੈਂਸ। ਜੇ ਸਪੈਸੀਫਿਕ ਰੈਜ਼ਿਸਟੈਂਸ ਦੀ ਡੈਫੀਨੇਸ਼ਨ ਦੀ ਗੱਲ ਕਰੀਏ, ਸਪੈਸੀਫਿਕ ਰੈਜ਼ਿਸਟੈਂਸ ਔਰ ਰੈਜ਼ਿਸਟਿਵਿਟੀ ਆਫ ਆ ਮਟੀਰੀਅਲ ਡਿਫਾਈਨਡ ਐਜ਼ ਦਾ ਰੈਜ਼ਿਸਟੈਂਸ ਆਫ ਆ ਯੂਨਿਟ ਲੈਂਥ। ਦੇਖੋ ਸਪੈਸੀਫਿਕ ਰੈਜ਼ਿਸਟੈਂਸ ਕਦੋਂ ਕਹਾਂਗੇ ਰੋ ਨੂੰ, ਜਦੋਂ ਜਿਹੜੀ ਲੈਂਥ ਹੋਵੇ ਯੂਨਿਟ ਹੋਵੇ, ਜਾਣੀ ਕਿ 1 ਮੀਟਰ ਹੋਵੇ ਤੇ ਏਰੀਆ ਕੀ ਹੋਵੇ 1 ਮੀਟਰ ਸਕੁਅਰ ਹੋਵੇ, ਤੁਹਾਨੂੰ ਕੀ ਬੋਲਦੇ ਹਾਂ ਅਸੀਂ, ਸਪੈਸੀਫਿਕ ਰੈਜ਼ਿਸਟੈਂਸ ਬੋਲਦੇ। ਦੇਖੋ ਯੂਨਿਟ ਲੈਂਥ ਵਿਦ ਆ ਯੂਨਿਟ ਏਰੀਆ ਆਫ ਕ੍ਰਾਸ ਸੈਕਸ਼ਨ ਆਫ ਆ ਮਟੀਰੀਅਲ ਆਫ ਆ ਕੰਡਕਟਰ, ਤੈਨੂੰ ਕੀ ਬੋਲਦੇ ਅਸੀਂ, ਸਪੈਸੀਫਿਕ ਰੈਜ਼ਿਸਟੈਂਸ ਬੋਲਦੇ ਹਾਂ। ਜਾਂ ਡੈਫੀਨੇਸ਼ਨ ਇਹ ਲਿਖ ਸਕਦੇ ਹੋ, ਇਟ ਇਜ਼ ਆਲਸੋ ਡਿਫਾਈਨਡ ਐਜ਼ ਦਾ ਰੈਜ਼ਿਸਟੈਂਸ ਆਫ ਆ ਯੂਨਿਟ ਕਿਊਬ ਆਫ ਦਾ ਮਟੀਰੀਅਲ ਆਫ ਗਿਵਨ ਕੰਡਕਟਰ। ਕਿਊਬ ਕੀ ਹੁੰਦੀ ਜਿਹਦੇ ਚ, ਜਾਣੀ ਕਿ ਲੈਂਥ ਬ੍ਰੈਡਥ ਤੇ ਹਾਈਟ ਕਿਉਂ 1 ਹੋਣ, ਜਾਣੀ ਕਿ ਸੇਮ ਲੈ ਕੇ ਚੱਲੀਏ ਅਸੀਂ, ਜਿੰਨੀ ਲੈਂਥ ਲਵਾਂਗੇ ਉਨੀ ਬ੍ਰੈਡਥ ਤੇ ਉਨੀ ਹਾਈਟ। ਚਾਹੇ ਤਾਂ ਆਹ ਡੈਫੀਨੇਸ਼ਨ ਲਿਖ ਲਓ ਚਾਹੇ ਇਹ ਡੈਫੀਨੇਸ਼ਨ ਲਿਖ ਸਕਦੇ ਹੋ। ਹੁਣ ਜੇ ਗੱਲ ਕਰੀਏ ਯੂਨਿਟ ਰੈਜ਼ਿਸਟਿਵਿਟੀ ਦੀਆਂ, ਕਿਉਂਕਿ ਰੈਜ਼ਿਸਟਿਵਿਟੀ ਕਿਹਦੇ ਬਰਾਬਰ ਆ ਗਈ, ਆਰ ਏ ਅਪੋਨ ਐਲ। ਆਰ ਦੀਆਂ ਕਿੰਨੀਆਂ ਹੁੰਦੀਆਂ ਨੇ, ਓਮ, ਏਰੀਆ ਦੀਆਂ ਕਿੰਨੀਆਂ ਹੋ ਗਈਆਂ, ਮੀਟਰ ਸਕੁਅਰ, ਲੈਂਥ ਦੀਆਂ ਕਿੰਨੀਆਂ ਹੋ ਗਈਆਂ, ਮੀਟਰ ਸਕੁਅਰ, ਇੱਕ ਨਾਲ ਇੱਕ ਕੈਂਸਲ ਆਊਟ ਹੋ ਗਈ ਤਾਂ ਸਾਡੇ ਕੋਲ ਉੱਪਰ ਕਿੰਨਾ ਬਚ ਗਿਆ, ਓਮ ਮੀਟਰ। ਤਾਂ ਰੈਜ਼ਿਸਟਿਵਿਟੀ ਦੀ ਯੂਨਿਟ ਕੀ ਹੁੰਦੀ ਹੈ, ਓਮ ਮੀਟਰ ਹੁੰਦੀ ਹੈ। ਡਿਮੈਂਸ਼ਨ ਯਾਦ ਕਰ ਲੈਣਾ, ਐਮ ਐਲ ਕਿਊਬ T-3 A-2। ਹੁਣ ਇਹ ਚੀਜ਼ ਕਈ ਵਾਰ ਪੁੱਛਦੇ ਨੇ ਕਿ ਔਨ ਵਟ ਫੈਕਟਰ ਡਜ਼ ਦਾ EMF ਡਿਪੈਂਡ। EMF ਕਿਹੜੇ ਫੈਕਟਰ ਤੇ ਡਿਪੈਂਡ ਕਰਦੀ ਹੈ, ਨੇਚਰ ਆਫ ਦਾ ਇਲੈਕਟ੍ਰੋਲਾਈਟ, ਕਿ ਜਿਹੜਾ ਇਲੈਕਟ੍ਰੋਲਾਈਟ ਦਾ ਨੇਚਰ ਕੀ ਹੈ, ਨੇਚਰ ਐਂਡ ਕੰਸਨਟ੍ਰੇਸ਼ਨ ਆਫ ਇਲੈਕਟ੍ਰੋਲਾਈਟ, ਜਾਣੀ ਕਿ ਇਲੈਕਟ੍ਰੋਲਾਈਟ ਕਿੰਨਾ ਕੁ ਗਾੜਾ ਹੈਗਾ, ਆਇਨ ਮੂਵ ਕਰ ਪਾ ਰਹੀਆਂ ਨੇ ਕਿ ਨਹੀਂ ਕਰ ਪਾ ਰਹੀਆਂ ਹੈਗੀਆਂ, ਟੈਂਪਰੇਚਰ ਆਫ ਦਾ ਇਲੈਕਟ੍ਰੋਲਾਈਟ
ਕਿੰਨਾ ਟੈਂਪਰੇਚਰ ਯੂਜ਼ ਕਰ ਰਹੇਗਾ ਉਸ ਟਾਈਮ ਦੇ ਉੱਤੇ। ਕਈ ਵਾਰ ਇਹ ਕੁਐਸਚਨ ਦੇਖੋ ਸਾਰੇ ਸ਼ਾਰਟ ਆਨਸਰ ਟਾਈਪ ਕੁਐਸਚਨ ਹੈ, ਇਹ ਵੀ ਸ਼ਾਰਟ ਆਨਸਰ ਟਾਈਪ ਕੁਐਸਚਨ ਹੋ ਗਿਆ। ਕਿਹੜੇ ਕਿਹੜੇ ਫੈਕਟਰਾਂ ਦੇ ਉੱਤੇ EMF ਡਿਪੈਂਡ ਕਰਦੀ ਹੈ, ਇਹ ਸਾਰੇ ਸ਼ਾਰਟ ਆਨਸਰ ਟਾਈਪ ਨੇ। ਕਈ ਵਾਰ ਇਹ ਪੁੱਛਣਾ ਸਪੈਸੀਫਿਕ ਰੈਜ਼ਿਸਟੈਂਸ ਕੀ ਹੁੰਦੀ ਹੈ, ਜਾਂ ਉਹਦੀ ਯੂਨਿਟ ਕੀ ਹੁੰਦੀ ਹੈ, ਡਿਮੈਂਸ਼ਨ ਕੀ ਹੁੰਦੀ ਹੈ। ਤੇ ਪੂਰੀ ਵੀਡੀਓ ਦੇ ਵਿੱਚ ਜਿਹੜੀ ਪੂਰੀ ਸਾਰੇ ਟੌਪਿਕ ਆਪਾਂ ਨੇ ਕਵਰ ਕਰੇ ਨੇ, ਇਹਦੇ ਵਿੱਚ ਕੁਝ ਵੀ ਕੁਐਸਚਨ ਕੋਈ MCQ ਬਣ ਸਕਦਾ, ਕੋਈ ਸ਼ਾਰਟ ਆਨਸਰ ਟਾਈਪ ਬਣ ਸਕਦਾ, ਹੋ ਸਕਦਾ ਸਾਰਾ ਲੌਂਗ ਬਣ ਕੇ ਆ ਜੇ ਕਿ ਰੈਜ਼ਿਸਟੈਂਸ ਕੀ ਹੁੰਦੀ ਹੈ, ਕਿਹੜੇ ਫੈਕਟਰ ਤੇ ਡਿਪੈਂਡ ਕਰਦੀ ਹੈ, ਰਜਿਸਟੇਬਿਲਿਟੀ ਕੀ ਹੁੰਦੀ ਹੈ, ਸਾਰੇ ਫੈਕਟਰ ਵਗੈਰਾ ਕੰਬਾਈਨ ਹੋ ਕੇ ਵੀ ਆ ਸਕਦੇ, ਵਿੱਚੋਂ ਕੋਈ ਸ਼ਾਰਟ ਆਨਸਰ ਟਾਈਪ ਕੁਐਸਚਨ ਵੀ ਬਣ ਸਕਦਾ।